ਭਾਗ ਦੂਜਾ। ਜਦੋਂ ਰੀਤ ਹੋਸ਼ ਵਿੱਚ ਆਈ, ਪਹਿਲਾਂ ਤਾਂ ਉਹ ਕਾਫੀ ਟਾਈਮ ਰੋਂਦੀ ਰਹੀ। ਰਾਵੀ ਉਸਦੇ ਖਾਣ ਲਈ ਕੁਝ ਲੈਣ ਗਿਆ ਬਾਹਰ ਤੋਂ। ਰੀਤ ਬਹੁਤ ਉਦਾਸ ਸੀ ਤੇ ਉਸਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ ਸੀ। ਉਸ ਕੋਲ ਹੁਣ ਜੀਣ ਦੀ ਕੋਈ ਵਜ੍ਹਾ ਉਸਨੂੰ ਹੁਣ ਨਹੀਂ ਦਿਖਾਈ ਦੇ ਰਹੀ ਸੀ। ਨਾ ਉਸਦੇ ਘਰ ਦੇ, ਨਾ ਹੀ ਰਾਜ। ਹੁਣ ਉਸਨੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਸੋਚੀ। ਉਸਨੇ ਹੁਣ ਆਤਮ ਹੱਤਿਆ ਕਰਨ ਲਈ ਕਦਮ ਵਧਾਇਆ ਤੇ ਪੱਖੇ ਤੇ ਦੁਪੱਟਾ ਪਾ ਟੇਬਲ ਤੇ ਖੜ ਗਈ। ਇੰਨੇ ਨੂੰ ਰਾਵੀ ਆ ਗਿਆ। ਉਹਨੇ ਉਸਨੂੰ ਆਵਾਜ਼ ਲਗਾਈ। ਜਦ ਉਸਨੇ ਦੇਖਿਆ ਕਿ ਉਸਨੇ ਉਸਦੀ ਆਵਾਜ਼ ਦਾ ਕੋਈ ਜਵਾਬ ਨਾ ਦਿੱਤਾ ਤਾਂ ਉਸਨੇ ਉਸਦੇ ਕਮਰੇ ਵਿੱਚ ਦੇਖਿਆ ਤਾਂ ਰਾਵੀ ਨੇ ਦੇਖਿਆ ਕਿ ਉਹ ਪੱਖੇ ਨਾਲ ਲਟਕਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਦੌੜ ਕੇ ਜਾ ਉਸਨੂੰ ਉਤਾਰਿਆ। ਰੀਤ ਨੇ ਉਸ ਤੋਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਵੀ ਨੇ ਉਸਨੂੰ ਉਤਾਰ ਹੀ ਲਿਆ। ਰੀਤ ਨੇ ਕਿਹਾ ਕਿ ਉਸਨੂੰ ਮਰ ਜਾਣ ਦੇਵੇ, ਕਿਉਂਕਿ ਉਸ ਕੋਲ ਹੁਣ ਕੋਈ ਜੀਣ ਦੀ ਵਜ੍ਹਾ ਨਹੀਂ ਹੈ। ਸਭ ਖਤਮ ਹੋ ਗਿਆ ਹੈ। ਬਸ ਸਭ ਦੀਆਂ ਨਜ਼ਰਾਂ ਵਿੱਚ ਉਹ ਝੂਠੀ, ਹੋਰ ਪਤਾ ਨਹੀਂ ਕੀ ਕੁਝ ਹੈ। ਹੁਣ ਉਹ ਮਰ ਕੇ ਹੀ ਬਸ ਪਵਿੱਤਰ ਹੋ ਸਕਦੀ ਹੈ, ਇਸ ਲਈ ਉਸਨੂੰ ਮਰ ਜਾਣਾ ਚਾਹੀਦਾ ਹੈ। ਉਹ ਬੋਲਦੀ ਰਹੀ। ਰਾਵੀ ਨੇ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਦੋਂ ਉਸਨੇ ਨਾ ਸੁਣੀ ਤਾਂ ਰਾਵੀ ਨੇ ਉਸਦੇ ਕੰਨ ਤੇ ਇੱਕ ਲਗਾਈ ਤੇ ਫਿਰ ਰੀਤ ਕੁਝ ਟਾਈਮ ਲਈ ਚੁੱਪ ਹੋ ਗਈ ਤੇ ਫਿਰ ਫੁੱਟ-ਫੁੱਟ ਰੋਣ ਲੱਗੀ। ਰਾਵੀ ਨੇ ਉਸਨੂੰ ਟੇਬਲ ਤੇ ਪਿਆ ਪਾਣੀ ਦਾ ਗਲਾਸ ਪਿਲਾਇਆ ਤੇ ਕਿਹਾ ਕਿ ਉਹ ਕਿਉਂ ਨਹੀਂ ਜੀਣਾ ਚਾਹੁੰਦੀ। ਉਸਨੂੰ ਕਿਸੇ ਲਈ ਨਹੀਂ ਸਗੋਂ ਖੁਦ ਲਈ ਜੀਣਾ ਚਾਹੀਦਾ ਹੈ। ਆਖਰ ਕੀ ਵਜ੍ਹਾ ਕੀ ਉਸਨੇ ਜੀਣ ਦੀ ਆਸ ਛੱਡ ਦਿੱਤੀ? ਰਾਵੀ ਨੇ ਕਿਹਾ ਕਿ ਦੁਨੀਆ ਵਿੱਚ ਬਹੁਤ ਕੁੜੀਆਂ, ਔਰਤਾਂ ਤੇ ਬੱਚੀਆਂ ਇਸ ਤਰ੍ਹਾਂ ਦਾ ਸ਼ਿਕਾਰ ਹੁੰਦੀਆਂ ਹੈ ਕਿ ਉਹ ਜਿਉਣ ਦੀ ਆਸ ਛੱਡ ਦਿੰਦੀਆਂ ਨੇ। ਉਸਨੂੰ ਜਿਉਣਾ ਚਾਹੀਦਾ ਹੈ, ਸਗੋਂ ਆਪਣੇ ਹੱਕ ਲਈ, ਤੇ ਜੋ ਉਸ ਨਾਲ ਹੋਇਆ ਉਸ ਸਭ ਦੇ ਲਈ ਉਸਨੂੰ ਲੜਨਾ ਚਾਹੀਦਾ ਹੈ। ਤਾਂ ਰੀਤ ਨੇ ਕਿਹਾ ਕਿ ਉਹ ਕਿਸ ਦੇ ਸਹਾਰੇ ਤੇ ਲੜੇ। ਉਸਦੇ ਘਰ ਦੇ ਵੀ ਉਸਦੇ ਨਾਲ ਨਹੀਂ ਤੇ ਰਾਜ, ਜਿਸ ਤੇ ਉਸਨੇ ਸਭ ਤੋਂ ਵੱਧ ਵਿਸ਼ਵਾਸ ਕੀਤਾ ਤੇ ਪਿਆਰ ਕੀਤਾ, ਜਦੋਂ ਉਸਨੂੰ ਇਹ ਪਤਾ ਲੱਗਾ ਉਹ ਵੀ ਉਸਨੂੰ ਛੱਡ ਗਿਆ ਤਾਂ ਰਾਵੀ ਨੇ ਕਿਹਾ ਕਿ ਉਹ ਇਕੱਲੀ ਵੀ ਆਪਣੀ ਲੜਾਈ ਲੜ ਸਕਦੀ ਹੈ। ਉਸਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ। ਜੋ ਹੋਇਆ ਉਸ ਨਾਲ ਹੋਇਆ ਤੇ ਆਪਣੇ ਲਈ ਉਸਨੂੰ ਲੜਨਾ ਪਵੇਗਾ। ਬਾਕੀ ਉਸਦਾ ਦੋਸਤ ਉਹ ਖੁਦ ਉਸਦੇ ਨਾਲ ਹੈ। ਫਿਰ ਰਾਵੀ ਨੇ ਉਸ ਤੋਂ ਉਸਦੇ ਪਾਸਟ ਬਾਰੇ ਪੁੱਛਿਆ ਕਿ ਕਿਉਂ ਉਸਦੇ ਘਰਦਿਆਂ ਨੇ ਉਸਦਾ ਸਾਥ ਛੱਡਿਆ ਤੇ ਉਸਦਾ ਘਰ ਕਿੱਥੇ ਤੇ ਕੀ ਹੋਇਆ ਉਸ ਨਾਲ। ਤਾਂ ਰੀਤ ਨੇ ਦੱਸਿਆ ਕਿ ਉਹ ਲੁਧਿਆਣੇ ਲਾਗੇ ਦੀ ਰਹਿਣ ਵਾਲੀ ਹੈ ਤੇ ਵਧੀਆ ਘਰ ਦੀ ਕੁੜੀ ਸੀ। ਪੜ੍ਹਨ ਦਾ ਤੇ ਪੜ੍ਹ ਕੇ ਵਧੀਆ ਨੌਕਰੀ ਕਰਨ ਦਾ ਉਸਦਾ ਸ਼ੁਰੂ ਤੋਂ ਹੀ ਸੁਪਨਾ ਸੀ ਤੇ ਉਹ ਖੰਭ ਲਾ ਕੇ ਉੱਡਣਾ ਚਾਹੁੰਦੀ ਸੀ, ਨਾ ਕਿ ਘਰ ਦੀਆਂ ਦੀਵਾਰਾਂ ਵਿੱਚ ਹੀ ਕੈਦ ਰਹਿਣਾ ਚਾਹੁੰਦੀ ਸੀ। ਉਸਨੇ 12ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਸਕੂਲ ਪੂਰੀ ਕੀਤੀ, ਪਰ ਅੱਗੇ ਉਹ ਆਪਣੇ ਮਾਮੇ ਦੇ ਮੁੰਡੇ ਵਾਂਗ ਇੰਜੀਨੀਅਰ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦੀ ਸੀ। 12ਵੀਂ ਵਿੱਚ ਉਹ ਆਪਣੇ ਇਲਾਕੇ ਦੇ ਵਿੱਚੋਂ ਪਹਿਲੇ ਸਥਾਨ ਤੇ ਸੀ। ਫਿਰ ਉਸਨੇ ਆਪਣੇ ਬਾਪੂ ਜੀ ਅੱਗੇ ਪੜ੍ਹਨ ਲਈ ਆਪਣਾ ਵਿਚਾਰ ਰੱਖਿਆ ਤਾਂ ਉਸਦੇ ਬਾਪੂ ਜੀ ਨੇ ਕਿਹਾ ਕਿ ਉਹ ਅੱਗੇ ਪੜ੍ਹ ਕੇ ਕੀ ਕਰੇਗੀ ਤੇ 12 ਪੜ੍ਹੀਆਂ ਬਹੁਤ ਨੇ। 2 ਸਾਲਾਂ ਨੂੰ ਉਸਦੇ ਹੱਥ ਪੀਲੇ ਕਰ ਉਸਨੂੰ ਉਸਦੇ ਘਰ ਤੋਰ ਦੇਣਾ ਹੈ। ਇੱਕ ਵਾਰ ਤਾਂ ਉਸਨੂੰ ਲੱਗਾ ਕਿ ਉਸਦੇ ਸਭ ਸੁਪਨੇ ਟੁੱਟ ਗਏ ਤੇ ਉਸਦੇ ਆਪਣੇ ਨਵੇਂ ਪੁੰਗਰ ਦੇ ਪੰਖ ਵੀ ਉੱਗਣ ਤੋਂ ਪਹਿਲਾਂ ਹੀ ਕੱਟ ਦਿੱਤੇ ਮਹਿਸੂਸ ਹੋਏ। ਪਰ ਉਸਨੇ ਠਾਣ ਲਿਆ ਕਿ ਉਹ ਆਪਣੇ ਸੁਪਨੇ ਟੁੱਟਣ ਨਹੀਂ ਦੇਵੇਗੀ ਤੇ ਆਪਣੇ ਪੰਖ ਖਿਲਾਰ ਉੱਡ ਕੇ ਹੀ ਰਹੇਗੀ। ਫਿਰ ਰੀਤ ਨੇ ਦੱਸਿਆ ਕਿ ਉਸਨੇ ਫਿਰ ਤੋਂ ਬਾਪੂ ਜੀ ਅੱਗੇ ਆਪਣੇ ਪੜ੍ਹਨ ਦੀ ਗੱਲ ਰੱਖੀ। ਇਸ ਵਾਰ ਵੀ ਜਦ ਬਾਪੂ ਜੀ ਨਾ ਮੰਨੇ ਤਾਂ ਉਸਨੇ ਹੁਣ ਜਿੱਦ ਕੀਤੀ ਤੇ 4 ਦਿਨ ਨਾ ਖਾਣਾ ਖਾਧਾ, ਨਾ ਕਿਸੇ ਨਾਲ ਕੋਈ ਗੱਲਬਾਤ ਕੀਤੀ। 5ਵੇਂ ਦਿਨ ਉਹ ਭੁੱਖ ਦੀ ਵਜ੍ਹਾ ਨਾਲ ਬੇਹੋਸ਼ ਹੋ ਗਿਰ ਗਈ ਤਾਂ ਉਸਨੂੰ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਦੱਸਿਆ ਕਿ ਇਹ ਸਭ ਭੁੱਖ ਦੀ ਵਜ੍ਹਾ ਨਾਲ ਹੈ। ਫਿਰ ਬਾਪੂ ਹਾਰ ਕੇ ਉਸਦੀ ਜਿੱਦ ਅੱਗੇ ਝੁਕਣਾ ਹੀ ਪਿਆ। ਉਸਦੇ ਬਾਪੂ ਜੀ ਉਸਦੀ ਅੱਗੇ ਦੀ ਪੜ੍ਹਾਈ ਲਈ ਮੰਨ ਗਏ। ਉਸ ਦਿਨ ਉਹ ਬਹੁਤ ਖੁਸ਼ ਹੋਈ। ਹੁਣ ਉਸ ਹਰ ਪਾਸੇ ਆਸਮਾਨ ਤੇ ਉਹ ਖੰਭ ਖਿਲਾਰੀ ਉੱਡਦੀ ਦਿਖਾਈ ਦੇ ਰਹੀ ਸੀ। ਫਿਰ ਉਸਦਾ ਦਾਖਲਾ ਸ਼ਹਿਰ ਦੇ ਬੜੇ ਕਾਲਜ ਵਿੱਚ ਕਰਵਾਇਆ ਗਿਆ, ਜਿੱਥੇ ਜਦੋਂ ਉਹ ਗਈ ਤਾਂ
ਸਭ ਉਸ ਨੂੰ ਆਪਣੇ ਤੋਂ ਉਮਰ ਵਿੱਚ ਵੱਡੇ ਲੋਕ ਤੇ ਦੂਰ ਦਰਾਡੋਂ ਆਏ ਪੜ੍ਹਨ ਲਈ ਸਭ ਵਿਦਿਆਰਥੀ ਦਿਖਾਈ ਦਿੱਤੇ। ਰੀਤ ਦਾਖਲਾ ਕਰਵਾ ਘਰ ਆ ਗਈ ਤੇ ਇੱਕ ਹਫ਼ਤੇ ਬਾਅਦ ਰੀਤ ਦਾ ਕਾਲਜ ਸ਼ੁਰੂ ਸੀ। ਹਫ਼ਤੇ ਅੰਦਰ ਰੀਤ ਨੂੰ ਉਸਦੇ ਬਾਪੂ ਜੀ ਨੇ ਸ਼ਹਿਰ ਜਾ ਵਧੀਆ ਸੂਟ ਦਵਾਏ ਤੇ ਬੈਗ, ਹੋਰ ਕਾਪੀਆਂ ਤੇ ਹੋਰ ਲੋੜੀਂਦਾ ਸਮਾਨ ਦਵਾਇਆ। ਹੁਣ ਉਹ ਦਿਨ ਆ ਗਿਆ ਸੀ। ਰੀਤ ਨੇ ਅੱਜ ਕਾਲਜ ਜਾਣਾ ਸੀ ਤਾਂ ਉਸਦੇ ਬਾਪੂ ਜੀ ਉਸਨੂੰ ਕਾਲਜ ਛੱਡ ਕੇ ਆਏ। 1-2 ਦਿਨ ਤਾਂ ਉਸਦੇ ਬਾਪੂ ਜੀ ਛੱਡ ਆਏ, ਫਿਰ ਉਹਨਾਂ ਇੱਕ ਜ਼ਿੰਮੇਵਾਰੀ ਉਸਦੇ ਚਾਚੇ ਦੇ ਮੁੰਡੇ ਨੂੰ ਦੇ ਦਿੱਤੀ ਜੋ ਕਿ ਸ਼ਹਿਰ ਵਿੱਚ ਨੌਕਰੀ ਲੱਗਾ ਸੀ ਤੇ ਕਾਲਜ ਉਸਦੇ ਰਸਤੇ ਵਿੱਚ ਹੀ ਪੈਂਦਾ ਸੀ। ਫਿਰ ਸਰਦੀਆਂ ਦੇ ਦਿਨ ਆ ਗਏ ਤਾਂ ਹਨੇਰਾ ਜਲਦੀ ਹੋਣ ਕਾਰਨ ਰੀਤ ਨੇ ਹੋਸਟਲ ਲੈ ਲਿਆ। ਹੁਣ ਸਮੇਂ ਦੇ ਨਾਲ ਉਸਨੂੰ ਮੋਬਾਈਲ ਫੋਨ ਦੀ ਲੋੜ ਪਈ ਤਾਂ ਉਸਦੇ ਬਾਪੂ ਜੀ ਨੇ ਉਸਨੂੰ ਉਹ ਵੀ ਲੈ ਦਿੱਤਾ ਤੇ ਜਿਸ ਦਿਨ ਉਹ ਉਸਨੂੰ ਮੋਬਾਈਲ ਮਿਲਿਆ ਉਸ ਦਿਨ ਉਸਦੇ ਬਾਪੂ ਜੀ ਨੇ ਕਿਹਾ ਸੀ ਕਿ ਧੀਏ, ਤੂੰ ਜਿੰਨਾ ਚਾਹੇ ਪੜ੍ਹ ਸਕਦੀ ਹੈ ਤੇ ਆਪਣੇ ਸੁਪਨੇ ਪੂਰੇ ਕਰ ਸਕਦੀ ਹੈ, ਬਸ ਇੱਕ ਗੱਲ ਆਪਣੀ ਬਾਪੂ ਦੀ ਪੱਗ ਦਾ ਖਿਆਲ ਰੱਖੀ। ਉਸਨੇ ਵੀ ਆਪਣੇ ਬਾਪੂ ਜੀ ਨਾਲ ਵਾਅਦਾ ਕੀਤਾ ਕਿ ਉਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੇਗੀ। ਫਿਰ ਹੌਲੀ ਉਸਦੇ ਕਾਲਜ ਦਾ ਇੱਕ ਮੁੰਡਾ ਉਸਨੂੰ ਪਸੰਦ ਕਰਨ ਲੱਗ ਗਿਆ ਤੇ ਉਸਦੇ ਅੱਗੇ ਪਿੱਛੇ ਚੱਕਰ ਲਗਾਉਣ ਲੱਗਾ। ਉਸਨੂੰ ਵੀ ਉਹ ਮੁੰਡਾ ਚੰਗਾ ਲੱਗਦਾ ਸੀ, ਪਰ ਆਪਣੇ ਬਾਪੂ ਜੀ ਦੀ ਕਹੀ ਗੱਲ ਦਾ ਤੇ ਉਹਨਾਂ ਦੀ ਪੱਗ ਦਾ ਵੀ ਉਸਨੂੰ ਖਿਆਲ ਸੀ। ਇੱਕ ਦਿਨ ਉਸਨੂੰ ਉਸਦੀ ਮਾਸੀ ਨੇ ਫੋਨ ਕਰ ਆਪਣੇ ਘਰ ਮਿਲਣ ਆਉਣ ਲਈ ਕਿਹਾ ਤਾਂ ਉਹ ਹਫ਼ਤੇ ਦੇ ਆਖਰ ਉਹਨਾਂ ਘਰ ਚਲੀ ਗਈ। ਉਸਦੇ ਮਾਸੜ ਉਸਨੂੰ ਲੈਣ ਆਏ ਤਾਂ ਉਹ ਜੋ ਕਾਲਜ ਦਾ ਮੁੰਡਾ ਜਿਸ ਦਾ ਨਾਮ ਸ਼ਿੰਦਰ ਸੀ, ਉਹ ਉਸਦੇ ਚੱਕਰ ਕੱਟ ਰਿਹਾ ਸੀ, ਪਰ ਉਹ ਖੜੀ ਆਪਣੇ ਮਾਸੜ ਜੀ ਦੀ ਵੇਟ ਕਰ ਰਹੀ ਸੀ। ਉਸਦੇ ਮਾਸੜ ਆਏ ਤੇ ਉਹਨਾਂ ਸ਼ਿੰਦਰ ਨੂੰ ਉਸਦੇ ਲਾਗੇ ਚੱਕਰ ਕੱਟ ਦੇਖਿਆ। ਉਹ ਉਹਨਾਂ ਨਾਲ ਗੱਡੀ ਵਿੱਚ ਬੈਠ ਮਾਸੀ ਘਰ ਚਲੀ ਗਈ। ਰਸਤੇ ਵਿੱਚ ਉਸਦੇ ਮਾਸੜ ਜੀ ਨੇ ਸ਼ਿੰਦਰ ਬਾਰੇ ਉਸ ਤੋਂ ਪੁੱਛਿਆ। ਪਹਿਲਾਂ ਤਾਂ ਉਹ ਡਰ ਗਈ, ਕੁਝ ਨਾ ਦੱਸਿਆ। ਫਿਰ ਦੁਬਾਰਾ ਪੁੱਛਣ ਤੇ ਉਸਨੇ ਡਰਦੇ ਸਭ ਗੱਲ ਆਪਣੇ ਮਾਸੜ ਜੀ ਨੂੰ ਦੱਸ ਦਿੱਤੀ। ਉਸਦੇ ਮਾਸੜ ਨੇ ਕਿਹਾ ਕਿ ਉਹ ਮੁੰਡਾ ਉਹਨਾਂ ਨੂੰ ਵਧੀਆ ਲੱਗਾ ਤੇ ਉਸਨੂੰ ਉਸ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਇਹ ਸੁਣ ਉਹ ਦੰਗ ਰਹਿ ਗਈ ਤੇ ਉਸਨੇ ਕਿਹਾ ਕਿ ਨਹੀਂ, ਉਸਨੂੰ ਉਹ ਪਸੰਦ ਨਹੀਂ ਤੇ ਉਹ ਆਪਣੇ ਬਾਪੂ ਜੀ ਦੀ ਇੱਜ਼ਤ ਕਦੇ ਰੋਲ ਨਹੀਂ ਸਕਦੀ। ਤਾਂ ਉਸਦੇ ਮਾਸੜ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਇਸ ਉਮਰ ਵਿੱਚ ਇਹ ਸਭ ਚੱਲਦਾ ਹੈ ਤੇ ਉਸਨੂੰ ਵੀ ਆਪਣੀ ਜ਼ਿੰਦਗੀ ਮਜ਼ੇ ਲੈਣੇ ਚਾਹੀਦੇ ਨੇ, ਦੋਸਤਾਂ ਨਾਲ ਘੁੰਮਣਾ ਫਿਰਨਾ ਚਾਹੀਦਾ ਹੈ। ਪਰ ਉਹ ਨਾ ਮੰਨੀ। ਫਿਰ ਉਹ ਘਰ ਪਹੁੰਚ ਗਏ ਤਾਂ ਮਾਸੀ ਜੀ ਨੂੰ ਮਿਲੀ ਤੇ ਬਾਅਦ ਵਿੱਚ ਉਸਦੇ ਮਾਸੜ ਜੀ ਨੇ ਅੱਜ ਹੱਦੋਂ ਵੱਧ ਉਸ ਤੇ ਪਿਆਰ ਜਤਾਇਆ। ਉਸਨੂੰ ਇਹ ਸਭ ਅਜੀਬ ਜਿਹਾ ਵੀ ਲੱਗ ਰਿਹਾ ਸੀ, ਪਰ ਜ਼ਿਆਦਾ ਵਕਤ ਤੋਂ ਬਾਅਦ ਮਿਲਣ ਕਰ ਇੰਨਾ ਧਿਆਨ ਨਾ ਦਿੱਤਾ। ਉਸਦਾ ਇੱਕ ਮਾਸੀ ਦਾ ਮੁੰਡਾ ਵੀ ਵੱਡਾ ਭਰਾ ਸੀ ਜੋ ਕਿ ਜ਼ਿਆਦਾਤਰ ਵਿਹਲਾ ਹੀ ਸੀ, ਬਸ ਖੇਤੀ ਦਾ ਹੀ ਕੁਝ ਕੰਮ ਕਰਦਾ ਸੀ। ਇਹ ਦੱਸਦੇ ਉਸਨੂੰ ਦੁਪਹਿਰ ਹੋ ਗਈ ਤਾਂ ਰਾਵੀ ਬਾਹਰ ਤੋਂ ਹੀ ਖਾਣਾ ਲੈ ਆਇਆ ਤਾਂ ਉਸਨੇ ਰੀਤ ਨੂੰ ਖਾਣਾ ਖਵਾ ਦਵਾਈ ਦਿੱਤੀ। ਰੀਤ ਨੇ ਫਿਰ ਆਪਣੀ ਗੱਲ ਜਾਰੀ ਰੱਖੀ ਤੇ ਦੱਸਿਆ ਕਿ ਇੰਜ ਕਰ ਉਹ 2 ਦਿਨ ਉੱਥੇ ਰਹੀ ਤੇ ਫਿਰ ਉਸਦੇ ਮਾਸੜ ਉਸਨੂੰ ਕਾਲਜ ਛੱਡਣ ਆਏ ਤਾਂ ਉਹਨਾਂ ਫਿਰ ਉਸਨੂੰ ਕਿਹਾ ਕਿ ਉਸਨੂੰ ਸ਼ਿੰਦਰ ਨਾਲ ਦੋਸਤੀ ਕਰ ਲੈਣੀ ਚਾਹੀਦੀ ਹੈ ਤੇ ਘੁੰਮਣਾ ਫਿਰਨਾ, ਜ਼ਿੰਦਗੀ ਕਾਲਜ ਲਾਈਫ ਇੰਜੋਏ ਕਰਨੀ ਚਾਹੀਦੀ ਹੈ। ਤੇ ਰਹੀ ਗੱਲ ਜੇ ਉਸਨੇ ਉਸ ਨਾਲ ਵਿਆਹ ਵੀ ਕਰਵਾਉਣਾ ਹੋਇਆ ਤਾਂ ਉਹ ਖੁਦ ਉਸਦੇ ਬਾਪੂ ਜੀ ਨਾਲ ਗੱਲ ਕਰ ਲੈਣਗੇ, ਪਰ ਉਹ ਇਹ ਗੱਲ ਬਸ ਆਪਣੇ ਦੋਨਾਂ ਵਿੱਚ ਰੱਖੇ ਤੇ ਉਸ ਮੁੰਡੇ ਨਾਲ ਕੀਤੀ ਹਰ ਫੋਟੋ, ਹਰ ਗੱਲ ਉਹਨਾਂ ਨਾਲ ਜ਼ਰੂਰ ਸਾਂਝੀ ਕਰੇ ਤਾਂ ਕਿ ਉਹ ਉਸਨੂੰ ਉਸਦਾ ਬੁਰਾ ਭਲਾ ਦੱਸ ਸਕਣ। ਇਹ ਗੱਲ ਪਿੱਛੇ ਉਸਦੇ ਮਾਸੜ ਜੀ ਦਾ ਕੀ ਇਰਾਦਾ ਸੀ, ਰੀਤ ਇਸ ਗੱਲ ਬਿਲਕੁਲ ਅਣਜਾਣ ਸੀ। ਰੀਤ ਆਪਣੇ ਮਾਸੜ ਦੀਆਂ ਇਹ ਗੱਲਾਂ ਬਹੁਤ ਅਜੀਬ ਲੱਗੀਆਂ। ਕਾਲਜ ਆ ਗਿਆ ਤਾਂ ਰੀਤ ਕਾਲਜ ਗਈ, ਪਰ ਕੁਝ ਦਿਨ ਬੀਤੇ ਤਾਂ ਸ਼ਿੰਦਰ ਨੇ ਉਸਨੂੰ ਉਸ ਨਾਲ ਦੋਸਤੀ ਕਰਨ ਲਈ ਉਸਦੇ ਅੱਗੇ ਪਿੱਛੇ ਗੇੜੇ ਲਗਾ ਮਜਬੂਰ ਕਰ ਹੀ ਲਿਆ। ਹੁਣ ਉਸਨੇ ਵੀ ਸ਼ਿੰਦਰ ਨਾਲ ਦੋਸਤੀ ਕਰ ਲਈ, ਇਹ ਸੋਚ ਕੇ ਕਿ ਉਹ ਆਪਣੇ ਮਾਸੜ ਨਾਲ ਸਭ ਗੱਲ ਸਾਂਝੀ ਕਰ ਲਏਗੀ ਤੇ ਉਸਦੇ ਮਾਸੜ ਉਸਦੇ ਬਾਪੂ ਨੂੰ ਮਨਾ ਲੈਣਗੇ। ਫਿਰ ਉਸਨੇ ਆਪਣੇ ਮਾਸੜ ਨੂੰ ਸਭ ਗੱਲ ਫੋਨ ਕਰ ਦੱਸੀ ਤੇ ਹਰ ਗੱਲ ਦੱਸਦੀ ਰਹੀ। ਫਿਰ ਇੱਕ ਦਿਨ ਉਹ ਆਪਣੇ ਮਾਸੀ ਘਰ ਗਈ। ਉਸ ਦਿਨ ਸ਼ਿੰਦਰ ਨੇ ਉਸਨੂੰ ਛੁੱਟੀ ਬਾਅਦ ਇਕੱਲੀ ਕਿਤੇ ਮਿਲਣ ਲਈ ਬੁਲਾਇਆ ਸੀ ਕਿ ਉਹ ਕਿਤੇ ਦੂਰ
2 ਦਿਨ ਇਕੱਲੇ ਘੁੰਮ ਕੇ ਆਉਣਗੇ। ਉਸਨੇ ਉਸਨੂੰ ਹਾਂ ਨਾ ਕੀਤੇ ਬਿਨਾਂ ਹੀ ਇਹ ਗੱਲ ਆਪਣੇ ਮਾਸੜ ਜੀ ਨੂੰ ਦੱਸੀ ਤਾਂ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ, ਉਹ ਘੁੰਮ ਆਵੇ ਤੇ ਉਸਦੇ ਬਾਪੂ ਜੀ ਨੂੰ ਬਾਅਦ ਵਿੱਚ ਸਭ ਗੱਲ ਦੱਸ ਦੇਣਗੇ। ਫਿਰ ਉਹ ਮਾਸੜ ਜੀ ਨਾਲ ਘਰ ਆ ਗਈ। ਉਸਨੇ ਮਾਸੜ ਜੀ ਨੂੰ ਦੱਸਿਆ ਕਿ ਉਹ 1-2 ਵਾਰ ਜਿੰਦਰ ਨਾਲ ਫਿਲਮ ਦੇਖਣ ਲਈ ਵੀ ਗਈ ਹੈ। ਉਸ ਦਿਨ ਉਸਦੇ ਮਾਸੜ ਜੀ ਫਿਰ ਉਸ ਨਾਲ ਪਿਆਰ ਜਤਾਉਣ ਲੱਗੇ। ਉਸਨੂੰ ਜੱਫੀ ਵਿੱਚ ਲੈ ਪਹਿਲਾਂ ਪਿਆਰ ਕੀਤਾ ਤੇ ਉਸਦੀ ਢੂਈ ਤੇ ਹੱਥ ਫੇਰਿਆ। ਉਸਨੂੰ ਕਾਫੀ ਅਜੀਬ ਤਾਂ ਲੱਗਿਆ, ਪਰ ਉਹ ਉਹਨਾਂ ਨੂੰ ਆਪਣੇ ਬਾਪੂ ਜੀ ਸਮਾਨ ਸਮਝਦੀ ਸੀ ਤਾਂ ਇਹ ਸੋਚ ਲਿਆ ਕਿ ਉਸਦੇ ਬਾਪੂ ਜੀ ਵੀ ਉਸਨੂੰ ਸੀਨੇ ਨਾਲ ਲਾ ਪਿਆਰ ਕਰਦੇ ਹਨ। ਉਸ ਦਿਨ ਉਸਦੇ ਮਾਸੜ ਆਨੇ ਬਹਾਨੇ ਉਸਨੂੰ ਛੂ ਰਹੇ ਸਨ। ਉਸਨੂੰ ਅਜੀਬ ਜਿਹਾ ਲੱਗ ਰਿਹਾ ਸੀ ਅੱਜ ਕੁਝ। ਦੂਸਰੇ ਦਿਨ ਉਸਦੇ ਮਾਸੀ ਦੇ ਕਿਸੇ ਰਿਸ਼ਤੇਦਾਰੀ ਵਿੱਚ ਮੌਤ ਹੋ ਗਈ। ਉਸਦੇ ਮਾਸੀ ਤੇ ਉਸਦੇ ਭਰਾ ਰਿਸ਼ਤੇਦਾਰੀ ਘਰ ਚਲੇ ਗਏ। ਉਸਦੇ ਮਾਸੜ ਕਿਸੇ ਕੰਮ ਬਾਹਰ ਗਏ ਸਨ। ਉਹ ਘਰ ਇਕੱਲੀ ਸੀ। ਉਸਦੇ ਮਾਸੜ ਵੀ ਆ ਗਏ। ਉਹ ਫੋਨ ਤੇ ਸ਼ਿੰਦਰ ਨਾਲ ਗੱਲ ਕਰ ਰਹੀ ਸੀ। ਸ਼ਾਮ ਹੋਈ। ਉਸਦੇ ਮਾਸੀ ਜੀ ਨੇ ਫੋਨ ਕਰ ਕਿਹਾ ਕਿ ਉਹ ਕੱਲ ਆਉਣਗੇ। ਹੁਣ ਘਰ ਵਿੱਚ ਉਹ ਤੇ ਉਸਦੇ ਮਾਸੜ ਜੀ ਇਕੱਲੇ ਸਨ। ਉਸਨੇ ਰੋਟੀ ਬਣਾ ਆਪਣੇ ਮਾਸੜ ਨੂੰ ਖਵਾ ਆਪਣੇ ਰੂਮ ਵਿੱਚ ਇੱਕ ਪਾਸੇ ਹੋ ਜਾ ਪਈ। ਕੁਝ ਟਾਈਮ ਬਾਅਦ ਉਸਦੇ ਦਰਵਾਜ਼ੇ ਦੀ ਕੁੰਡੀ ਖੜਕੀ ਤਾਂ ਉਸਨੇ ਦਰਵਾਜ਼ਾ ਖੋਲ੍ਹ ਦੇਖਿਆ। ਉਸਦੇ ਮਾਸੜ ਜੀ ਸਨ। ਉਹਨਾਂ ਕਿਹਾ ਕਿ ਉਸਦੇ ਘਰ ਤੋਂ ਫੋਨ ਆਇਆ ਹੈ। ਉਹ ਆਪਣੇ ਬਾਪੂ ਜੀ ਨਾਲ ਗੱਲ ਕਰ ਰਹੀ ਸੀ ਕਿ ਉਸਦੇ ਮਾਸੜ ਜੀ ਉੱਥੇ ਹੀ ਬੈਠ ਗਏ। ਉਹ ਚੱਕ ਉਸਦਾ ਫੋਨ ਦੇਖਣ ਲੱਗੇ ਤੇ ਉਸਦੇ ਫੋਨ ਵਿੱਚੋਂ ਉਹਨਾਂ ਨੇ ਉਸਦੀਆਂ ਤੇ ਸ਼ਿੰਦਰ ਦੀਆਂ ਫੋਟੋਆਂ ਚੈਟ ਦੇ ਸਕਰੀਨਸ਼ਾਟ ਆਪਣੇ ਫੋਨ ਵਿੱਚ ਸੈਂਡ ਕਰ ਲਏ। ਅੱਗੇ ਦੀ ਕਹਾਣੀ ਅਗਲੇ ਭਾਗ ਵਿੱਚ। ਧੰਨਵਾਦ।